ਜੈ ਪੀਰਾਂ ਦੀ। ਅੱਜ ਅਸੀਂ ਤੁਹਾਨੂੰ ਲੱਖ ਦਾਤਾ ਲਾਲਾਂ ਵਾਲੇ ਪੀਰ ਜੀ ਦੀ ਮੁਰੀਦ ਦਾਨੀ ਜੱਟੀ ਜੀ ਦਾ ਕਿੱਸਾ ਸੁਣਾਉਣ ਜਾ ਰਹੇ ਹਾਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ। ਲਾਦੇ ਪਿੰਡ ਵਿੱਚ ਰਹਿਣ ਵਾਲੀ ਦਾਨੀ ਜੱਟੀ ਦਾ ਪੂਰਾ ਪਰਿਵਾਰ ਲੱਖ ਦਾਤਾ ਪੀਰ ਜੀ ਨੂੰ ਮੰਨਦਾ ਸੀ। ਦਾਨੀ ਜੱਟੀ ਵੀ ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਮੁਰੀਦ ਸੀ, ਜੋ ਹਰ ਸਾਲ ਆਪਣੇ ਪਰਿਵਾਰ ਸਮੇਤ ਲੱਖ ਦਾਤਾ ਪੀਰ ਜੀ ਦੇ ਦਰਬਾਰ ਜਾਇਆ ਕਰਦੀ ਸੀ। ਸਮਾਂ ਆਉਣ 'ਤੇ ਦਾਨੀ ਜੱਟੀ ਦਾ ਵਿਆਹ ਧੌਲੇ ਪਿੰਡ ਕ੍ਰਿਸ਼ਨ ਸਿੰਘ ਦੇ ਸਪੁੱਤਰ ਉਜਾਗਰ ਸਿੰਘ ਨਾਲ ਹੋਇਆ। ਉਸ ਦਾ ਸਹੁਰਾ ਪਰਿਵਾਰ ਲੱਖ ਦਾਤਾ ਪੀਰ ਜੀ ਨੂੰ ਨਹੀਂ ਮੰਨਦਾ ਸੀ। ਜਦੋਂ ਦਾਨੀ ਜੱਟੀ ਨੇ ਆਪਣੇ ਸਹੁਰਾ ਪਰਿਵਾਰ ਜਾ ਕੇ ਆਪਣੇ ਪੀਰ ਦੀ ਇਬਾਦਤ ਸ਼ੁਰੂ ਕੀਤੀ ਤੇ ਨਿਆਜ਼ ਵੰਡਣੀ ਸ਼ੁਰੂ ਕੀਤੀ, ਤਾਂ ਉਸ ਦੇ ਸਹੁਰਾ ਅਤੇ ਦਾਨੀ ਜੱਟੀ ਦਾ ਪਤੀ ਉਜਾਗਰ ਸਿੰਘ ਉਸ ਨੂੰ ਝਿੜਕਦੇ ਹਨ ਤੇ ਕਹਿੰਦੇ ਹਨ, ਤੂੰ ਮੁਸਲਮਾਨ ਦੀ ਇਬਾਦਤ ਕਰਨੀ ਬੰਦ ਕਰ ਦੇ। ਜਿਸ ਨੂੰ ਅਸੀਂ ਮੰਨਦੇ ਹਾਂ, ਤੂੰ ਵੀ ਉਸ ਦੀ ਇਬਾਦਤ ਕਰਿਆ ਕਰ। ਤਾਂ ਦਾਨੀ ਜੱਟੀ ਨੇ ਕਿਹਾ, ਮੈਂ ਲੱਖ ਦਾਤਾ ਪੀਰ ਨੂੰ ਮੰਨਦੀ ਹਾਂ, ਉਹਨਾਂ ਤੋਂ ਇਲਾਵਾ ਹੋਰ ਕਿਤੇ ਵੀ ਨਹੀਂ ਜਾਵਾਂਗੀ। ਸਹੁਰਾ ਪਰਿਵਾਰ ਵੱਲੋਂ ਦਾਨੀ ਜੱਟੀ ਨੂੰ ਤਸੀਹੇ ਦੇਣੇ, ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇੱਕ ਦਿਨ ਦਾਨੀ ਵਿਹੜੇ ਦੇ ਵਿੱਚ ਝਾੜੂ ਲਗਾ ਰਹੀ ਸੀ, ਤਾਂ ਲੱਖ ਦਾਤਾ ਪੀਰ ਜੀ ਨੇ ਕੌਤਕ ਰਚਿਆ। ਜਦੋਂ ਦਾਨੀ ਦੇ ਵਿਹੜੇ ਵਿੱਚ ਪਿਆ ਇੱਕ ਤੰਦੀਰਾ ਦੇਖਿਆ, ਤਾਂ ਆਪਣੀ ਸੱਸ ਨੂੰ ਆਵਾਜ਼ ਮਾਰੀ ਤੇ ਕਿਹਾ, ਬੇਬੇ ਜੀ, ਇਹ ਗਹਿਣਾ ਬਾਹਰ ਵਿਹੜੇ ਵਿੱਚ ਪਿਆ ਹੈ। ਤਾਂ ਉਸ ਦੀ ਸੱਸ ਬਾਹਰ ਆਈ ਅਤੇ ਕਹਿਣ ਲੱਗੀ, ਇਹ ਤੰਦੀਰਾ ਮੇਰਾ ਹੈ, ਤੂੰ ਇਸ ਨੂੰ ਕਿੱਥੋਂ ਚੋਰੀ ਕੀਤਾ ਹੈ? ਇਹ ਮੇਰੇ ਪੇਕਿਆਂ ਨੇ ਮੈਨੂੰ ਦਾਜ ਵਿੱਚ ਦਿੱਤਾ ਸੀ। ਬਹੁਤ ਟਾਈਮ ਹੋ ਗਿਆ, ਮੈਂ ਇਸ ਨੂੰ ਗਲ ਵਿੱਚ ਨਹੀਂ ਪਾਇਆ। ਜਦੋਂ ਦਾਨੀ ਦੀ ਸੱਸ ਨੇ ਉਹ ਤੰਦੀਰਾ ਗਲ ਵਿੱਚ ਪਾਇਆ, ਤਾਂ ਉਸ ਤੰਦੀਰੇ ਦਾ ਸੱਪ ਬਣ ਗਿਆ। ਇਹ ਦੇਖ ਕੇ ਉਸ ਦੀ ਸੱਸ ਦੁਹਾਈਆਂ ਪਾਉਣ ਲੱਗੀ ਅਤੇ ਆਪਣੇ ਪੀਰਾਂ ਫਕੀਰਾਂ ਨੂੰ ਯਾਦ ਕਰਦੀ ਹੈ ਅਤੇ ਦਾਨੀ ਨੂੰ ਕਹਿੰਦੀ ਹੈ ਕਿ ਤੂੰ ਆਪਣੇ ਪੀਰ ਨੂੰ ਯਾਦ ਕਰ, ਆਪਣੇ ਪੀਰ ਅੱਗੇ ਫਰਿਆਦ ਕਰ, ਸ਼ਾਇਦ ਮੇਰਾ ਇਸ ਸੱਪ ਤੋਂ ਬਚਾਅ ਹੋ ਜਾਵੇ। ਇਹ ਤੰਦੀਰਾ ਮੇਰਾ ਨਹੀਂ ਸੀ। ਆਪਣੀ ਸੱਸ ਨੂੰ ਦੁਹਾਈਆਂ ਪਾਉਂਦੇ ਦੇਖ ਦਾਨੀ ਜੱਟੀ ਨੇ ਲੱਖ ਦਾਤਾ ਪੀਰ ਜੀ ਅੱਗੇ ਅਰਦਾਸ ਕੀਤੀ। ਦਾਨੀ ਜੱਟੀ ਦੀ ਫਰਿਆਦ ਸੁਣ ਕੇ ਲੱਖ ਦਾਤਾ ਪੀਰ ਜੀ ਨੇ ਕਰਾਮਾਤ ਦਿਖਾਈ। ਪਲਕ ਝਪਕਦੇ ਹੀ ਸੱਪ ਗਾਇਬ ਹੋ ਗਿਆ। ਦਾਨੀ ਜੱਟੀ ਦੀ ਸੱਸ ਕਹਿੰਦੀ ਹੈ ਕਿ ਤੂੰ ਬਹੁਤ ਹੀ ਚੰਗੀ ਹੈ, ਤੂੰ ਮੇਰੀ ਜਾਨ ਬਚਾ ਲਈ। ਪਰ ਬਾਅਦ ਵਿੱਚ ਉਸ ਨੂੰ ਤਾਨੇ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ। ਕਹਿੰਦੇ ਹਨ, ਇਹ ਤਾਂ ਜਾਦੂਗਰਨੀ ਹੈ। ਕੋਈ ਔਤਰੀ ਕਹਿੰਦਾ, ਕੋਈ ਬੇਔਲਾਦੀ ਕਹਿੰਦਾ। ਤੰਗ ਆ ਕੇ ਦਾਨੀ ਇੱਕ ਦਿਨ ਸਿਵਿਆਂ ਵਿੱਚ ਜਾ ਕੇ ਬੈਠ ਗਈ ਅਤੇ ਆਪਣੇ ਪੀਰ ਨੂੰ ਕਹਿੰਦੀ ਹੈ, ਲੋਕੀ ਇੱਥੇ ਮਰ ਕੇ ਆਉਂਦੇ ਨੇ, ਮੈਂ ਜਿਉਂਦੇ ਜੀ ਆ ਗਈ ਹਾਂ। ਜਾਂ ਤਾਂ ਮੈਨੂੰ ਵੀ ਇੱਕ ਔਲਾਦ ਬਖਸ਼ ਦਿਓ, ਨਹੀਂ ਤਾਂ ਅੱਜ ਇੱਥੇ ਹੀ ਮੌਤ ਦੇ ਦੇਵੋ। ਇਹ ਆਵਾਜ਼ ਸੁਣ ਕੇ ਪੀਰ ਲੱਖ ਦਾਤਾ ਜੀ ਪ੍ਰਗਟ ਹੋਏ ਅਤੇ ਕਹਿੰਦੇ ਹਨ, ਜਾ ਦਾਨੀ, ਤੇਰੇ
ਪੁੱਤਰ ਪੈਦਾ ਹੋਵੇਗਾ। ਜਦੋਂ ਪੁੱਤਰ ਪੈਦਾ ਹੋਵੇਗਾ ਤਾਂ ਸਾਡੇ ਦਰਬਾਰ ਆਪਣੇ ਪੁੱਤਰ ਦਾ ਮੱਥਾ ਟਿਕਾਣ ਆਵੀਂ। ਕੁਝ ਸਮਾਂ ਪਾ ਕੇ ਦਾਨੀ ਦੇ ਇੱਕ ਪੁੱਤਰ ਪੈਦਾ ਹੋਇਆ ਤਾਂ ਦਾਨੀ ਆਪਣੇ ਸੱਸ ਸਹੁਰਾ ਨੂੰ ਕਹਿਣ ਲੱਗੀ, ਆਪਾਂ ਲੱਖ ਦਾਤਾ ਪੀਰ ਦੇ ਦਰਬਾਰ ਪੁੱਤਰ ਦਾ ਮੱਥਾ ਟਿਕਾਣ ਜਾਣਾ ਹੈ। ਤਾਂ ਉਸ ਦੇ ਸੱਸ ਸਹੁਰਾ ਕਹਿਣ ਲੱਗੇ ਕਿ ਅਸੀਂ ਉੱਥੇ ਨਹੀਂ ਜਾਣਾ। ਜਿਸ ਨੂੰ ਅਸੀਂ ਮੰਨਦੇ ਹਾਂ, ਅਸੀਂ ਇਸ ਦਾ ਮੱਥਾ ਉੱਥੇ ਟਿਕਾਣ ਜਾਣਾ ਹੈ। ਘਰ ਵਿੱਚ ਲੜਾਈ ਹੋਣ ਲੱਗੀ ਤਾਂ ਦਾਨੀ ਨੇ ਆਪਣੇ ਪਤੀ ਨੂੰ ਕਿਹਾ ਕਿ ਇਹਨਾਂ ਨੇ ਤਾਂ ਇੱਦਾਂ ਹੀ ਕਰਦੇ ਰਹਿਣਾ ਹੈ। ਤੁਸੀਂ ਦੱਸੋ, ਆਪਾਂ ਪੀਰ ਦੇ ਦਰਬਾਰ ਪੁੱਤਰ ਦਾ ਮੱਥਾ ਟਿਕਾਣ ਕਦੋਂ ਜਾਣਾ ਹੈ ਅਤੇ ਉੱਥੇ ਜਾ ਕੇ ਪੀਰ ਅੱਗੇ ਕੀ ਚੜ੍ਹਾਉਣਾ ਹੈ? ਉਸ ਦੇ ਪਤੀ ਨੇ ਕਿਹਾ ਕਿ ਅਸੀਂ 21 ਮੋਹਰਾਂ ਚੜ੍ਹਾ ਦੇਵਾਂਗੇ। ਜਦੋਂ ਜਾਣ ਦੀ ਤਿਆਰੀ ਕੀਤੀ ਤਾਂ ਦਾਨੀ ਦੀ ਸੱਸ ਨੇ ਆਪਣੇ ਪੁੱਤਰ ਨੂੰ ਬੁਲਾ ਕੇ ਕਿਹਾ, ਤੂੰ 21 ਮੋਹਰਾਂ ਨਹੀਂ 7 ਮੋਹਰਾਂ ਚੜ੍ਹਾ ਦੇਵੀਂ, ਇਹਨੂੰ ਕਿਹੜਾ ਕੁਝ ਪਤਾ ਲੱਗਣਾ ਹੈ। ਉਸਨੇ ਕਿਹਾ, ਠੀਕ ਹੈ। ਜਦੋਂ ਨਿਗਾਹੇ ਜਾ ਰਹੇ ਹੁੰਦੇ ਨੇ ਤਾਂ ਰਾਸਤੇ ਵਿੱਚ ਉਸ ਦੇ ਬੱਚੇ ਦੀ ਮੌਤ ਹੋ ਜਾਂਦੀ ਹੈ। ਜਦੋਂ ਦਾਨੀ ਦਾ ਪਤੀ ਕਹਿੰਦਾ ਹੈ ਕਿ ਬੱਚੇ ਨੂੰ ਮੇਰੇ ਕੋਲ ਫੜਾ ਦੇਵੋ ਤਾਂ ਦਾਨੀ ਕਹਿੰਦੀ ਹੈ, ਮੈਂ ਕਿਹੜਾ ਥੱਕ ਗਈ ਹਾਂ, ਬੱਚਾ ਮੇਰੇ ਕੋਲ ਹੀ ਰਹਿਣ ਦੇਵੋ। ਦਾਨੀ ਨੂੰ ਇਸ ਗੱਲ ਦਾ ਡਰ ਹੁੰਦਾ ਹੈ, ਜੇ ਕਿਤੇ ਇਸ ਨੂੰ ਪਤਾ ਲੱਗ ਗਿਆ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ ਤਾਂ ਇਸ ਨੇ ਮੈਨੂੰ ਅਤੇ ਮੇਰੇ ਪੀਰ ਜੀ ਨੂੰ ਮਿਹਣੇ ਮਾਰਨੇ ਸ਼ੁਰੂ ਕਰ ਦੇਣੇ। ਜਦੋਂ ਨਿਗਾਹੇ ਪਹੁੰਚ ਜਾਂਦੇ ਹਨ ਤਾਂ ਉਸ ਦਾ ਪਤੀ ਦਾਨੀ ਨੂੰ ਕਹਿੰਦਾ ਹੈ ਕਿ ਤੂੰ ਬਾਹਰ ਖੜ੍ਹ, ਪਹਿਲਾਂ ਮੈਂ ਅੰਦਰ ਜਾ ਕੇ ਮੱਥਾ ਟੇਕ ਕੇ ਆਉਂਦਾ ਹਾਂ। ਦਾਨੀ ਦਾ ਪਤੀ ਝੰਡਾ ਚੜ੍ਹਾ ਕੇ ਪੀਰ ਅੱਗੇ 7 ਮੋਹਰਾਂ ਚੜ੍ਹਾ ਦਿੰਦਾ ਹੈ ਅਤੇ 14 ਆਪਣੀ ਜੇਬ ਵਿੱਚ ਵਾਪਸ ਪਾ ਕੇ ਬਾਹਰ ਆ ਜਾਂਦਾ ਹੈ। ਬਾਹਰ ਆ ਕੇ ਦਾਨੀ ਨੂੰ ਕਹਿੰਦਾ ਹੈ ਕਿ ਮੈਂ ਮੱਥਾ ਟੇਕ ਆਇਆ ਹਾਂ, ਹੁਣ ਤੁਸੀਂ ਵੀ ਮੱਥਾ ਟੇਕ ਲਵੋ। ਜਦੋਂ ਦਾਨੀ ਪੀਰ ਜੀ ਦੀ ਦਰਗਾਹ ਅੱਗੇ ਜਾਂਦੀ ਹੈ ਤਾਂ ਅੱਖਾਂ ਵਿੱਚੋਂ ਹੰਝੂ ਨਿਕਲਣੇ ਸ਼ੁਰੂ ਹੋ ਜਾਂਦੇ ਹਨ, ਰੋਣ ਕਰਲਾਉਣ ਲੱਗਦੀ ਹੈ। ਪੀਰ ਦੇ ਦਰਬਾਰ ਵਿੱਚ ਜਾ ਕੇ ਆਪਣੇ ਪੁੱਤਰ ਨੂੰ ਮੁਜ਼ਾਰ ਦੇ ਨਾਲ ਪਾ ਦਿੰਦੀ ਹੈ ਅਤੇ ਲੱਖ ਦਾਤਾ ਪੀਰ ਅੱਗੇ ਅਰਦਾਸ ਕਰਦੀ ਹੈ ਕਿ ਮੈਂ ਆਪ ਜੀ ਦੇ ਦਰਬਾਰ ਹੱਸਦੀ ਹੋਈ ਆਈ ਸੀ, ਹੁਣ ਰੋਂਦੇ ਹੋਏ ਵਾਪਸ ਨਹੀਂ ਜਾਣਾ। ਚਾਹੇ ਮੈਨੂੰ ਪੂਰੀ ਜ਼ਿੰਦਗੀ ਇਸੇ ਤਰ੍ਹਾਂ ਆਪ ਜੀ ਦੇ ਦਰਬਾਰ ਅੱਗੇ ਬੈਠਣਾ ਪੈ ਜਾਵੇ। ਦਾਨੀ ਦੀ ਪੁਕਾਰ ਸੁਣ ਕੇ ਲੱਖ ਦਾਤਾ ਪੀਰ ਜੀ ਦਾਨੀ ਨੂੰ ਆਵਾਜ਼ ਦਿੰਦੇ ਹਨ ਅਤੇ ਕਹਿੰਦੇ ਹਨ, ਅਸੀਂ ਕਿਸੇ ਨੂੰ ਕੁਝ ਦੇ ਕੇ ਕਦੇ ਵਾਪਸ ਨਹੀਂ ਲੈਂਦੇ। ਆਪਣੇ ਪਤੀ ਨੂੰ ਪੁੱਛ, ਜਿਸ ਦੇ ਮਨ ਵਿੱਚ ਹਜੇ ਵੀ ਸਾਡੇ ਪ੍ਰਤੀ ਖੋਟ ਹੈ। ਉਸ ਨੇ 21 ਮੋਹਰਾਂ ਸੁੱਖ ਕੇ 7 ਮੋਹਰਾਂ ਚੜ੍ਹਾਈਆਂ ਨੇ। ਸਾਨੂੰ ਮੋਹਰਾਂ ਦੀ ਭੁੱਖ ਨਹੀਂ। ਅਸੀਂ ਤੇਰੇ ਪਤੀ ਦੇ ਮਨ ਵਿਚਲੇ ਖੋਟ ਨੂੰ ਦੂਰ ਕਰਨ ਲਈ ਇਹ ਕ੍ਰਿਸ਼ਮਾ ਰਚਿਆ ਹੈ। ਜਾ ਕੇ ਆਪਣੇ ਪਤੀ ਨੂੰ ਕਹਿ ਕਿ ਤੇਰਾ ਪੁੱਤਰ ਲੱਖ ਦਾਤਾ ਪੀਰ ਜੀ ਨੇ 14 ਮੋਹਰਾਂ ਬਦਲੇ ਆਪਣੇ ਕੋਲ ਰੱਖ ਲਿਆ ਹੈ। ਜਦੋਂ ਦਾਨੀ ਦਾ ਪਤੀ ਦਾਨੀ ਨੂੰ ਖਾਲੀ ਹੱਥ ਵਾਪਸ ਆਉਂਦੇ ਦੇਖਦਾ ਹੈ ਤੇ ਕਹਿੰਦਾ ਹੈ ਕਿ ਸਾਡਾ
ਪੁੱਤਰ ਕਿੱਥੇ ਹੈ, ਤੂੰ ਉਸ ਨੂੰ ਕਿੱਥੇ ਛੱਡ ਆਈ। ਤਾਂ ਦਾਨੀ ਕਹਿੰਦੀ ਹੈ ਕਿ ਪੀਰ ਜੀ ਨੇ 14 ਮੋਹਰਾਂ ਬਦਲੇ ਸਾਡੇ ਪੁੱਤਰ ਨੂੰ ਆਪਣੇ ਕੋਲ ਰੱਖ ਲਿਆ ਹੈ। ਇਹ ਗੱਲ ਸੁਣ ਕੇ ਉਸ ਦੇ ਪਤੀ ਨੂੰ ਆਪਣੀ ਭੁੱਲ ਦਾ ਅਹਿਸਾਸ ਹੁੰਦਾ ਹੈ ਤੇ ਕਹਿੰਦਾ ਹੈ, ਪੀਰ ਜੀ ਨੇ ਨਹੀਂ, ਮੈਂ ਹੀ ਆਪਣੇ ਪੁੱਤਰ ਨੂੰ ਆਪਣੇ ਹੱਥੀਂ ਮਾਰਿਆ ਹੈ। ਮੈਂ ਪੀਰ ਜੀ ਨਾਲ ਧੋਖਾ ਕੀਤਾ ਹੈ। 21 ਮੋਹਰਾਂ ਕਹਿ ਕੇ 7 ਮੋਹਰਾਂ ਹੀ ਚੜ੍ਹਾਈਆਂ। ਰੋਂਦਾ ਹੋਇਆ ਲੱਖ ਦਾਤਾ ਪੀਰ ਜੀ ਦੀ ਦਰਗਾਹ ਅੱਗੇ ਜਾ ਕੇ ਬੇਨਤੀ ਕਰਦਾ ਹੈ ਕਿ ਪੀਰ ਜੀ, ਮੇਰੇ ਤੋਂ ਭੁੱਲ ਹੋ ਗਈ, ਮੈਨੂੰ ਮਾਫ਼ ਕਰ ਦੇਵੋ। ਮੇਰੀ ਗਲਤੀ ਦੀ ਸਜ਼ਾ ਮੇਰੇ ਪੁੱਤਰ ਨੂੰ ਨਾ ਦੇਵੋ। ਰੋਂਦੇ ਕੁਰਲਾਉਂਦੇ ਨੂੰ ਦੇਖ ਕੇ ਪੀਰ ਜੀ ਦੇ ਮਨ ਵਿੱਚ ਦਇਆ ਆ ਗਈ ਅਤੇ ਉਸ ਦੇ ਪੁੱਤਰ ਨੂੰ ਜਿਉਂਦਾ ਕਰ ਦਿੰਦੇ ਹਨ। ਆਪਣੇ ਪੁੱਤਰ ਨੂੰ ਜਿਉਂਦਾ ਦੇਖ ਕੇ ਦਾਨੀ ਦਾ ਪਤੀ ਲੱਖ ਦਾਤਾ ਪੀਰ ਜੀ ਦੀ ਜੈ ਜੈਕਾਰ ਕਰਨੇ ਲੱਗਦਾ ਹੈ ਅਤੇ ਪੀਰ ਜੀ ਕੋਲੋਂ ਆਪਣੀ ਭੁੱਲ ਬਖਸ਼ਾਉਂਦਾ ਹੈ, ਆਪਣੀ ਭੁੱਲ ਮੰਨਦਾ ਹੈ। ਜੈ ਪੀਰਾਂ ਦੀ। ਇਸ ਤਰ੍ਹਾਂ ਦੀਆਂ ਹੋਰ ਕਿੱਸੇ ਕਹਾਣੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ।